ਸੁਆਗਤ ਹੈ ਅਤੇ ਇਸ ਹਫ਼ਤੇ ਦਾ ਥੀਮ ਲੀਨੀਅਰਿਟੀ ਤੋਂ ਅੱਗੇ ਹੈ। ਇਸ ਲਈ ਅਸੀਂ ਕੁਝ ਅਰਥਾਂ ਵਿੱਚ ਦੇਖ ਰਹੇ ਹਾਂ ਕਿ ਜੇਕਰ ਤੁਸੀਂ ਵੇਵਜ਼ ਅਤੇ ਓਸੀਲੇਸ਼ਨਸ ਦੇ ਸੰਬੰਧ ਦੇ ਵਿੱਚ ਲੀਨੀਅਰ ਅਜ਼ੰਪਸ਼ਨਸ ਤੋਂ ਅੱਗੇ ਜਾਂਦੇ ਹੋ ਤਾਂ ਕੀ ਹੁੰਦਾ ਹੈ। ਇਸ ਹਫ਼ਤੇ ਦੇ ਪਹਿਲੇ 2 ਤੋਂ 3 ਲੈਕਚਰਾਂ ਵਿੱਚ ਅਸੀਂ ਦੇਖਿਆ ਕਿ ਓਸੀਲੇਸ਼ਨ ਦੇ ਮਾਮਲੇ ਵਿੱਚ ਕੀ ਹੁੰਦਾ ਹੈ ਜਦੋਂ ਤੁਹਾਡੇ ਕੋਲ ਨੌਨ ਲੀਨੀਅਰ ਰੀਸਟੋਰਿੰਗ ਫੋਰਸ ਹੁੰਦਾ ਹੈ। ਇਸ ਲਈ ਅਸੀਂ ਇਸ ਦੇ ਵੱਖ-ਵੱਖ ਪ੍ਰਭਾਵ ਦੇਖੇ। ਅੱਜ ਦੇ ਲੈਕਚਰ ਵਿੱਚ ਅਸੀਂ ਦੇਖਦੇ ਹਾਂ ਜੇਕਰ ਤੁਸੀਂ ਵੇਵਜ਼ ਦੇ ਸੰਬੰਧ ਵਿੱਚ ਲੀਨੀਅਰਿਟੀ ਤੋਂ ਅੱਗੇ ਜਾਂਦੇ ਹੋ ਤਾਂ ਕੀ ਹੁੰਦਾ ਹੈ। ਤਾਂ ਆਓ ਪਿਛਲੀਆਂ 1 ਜਾਂ 2 ਕਲਾਸਾਂ ਵਿੱਚ ਜੋ ਦੇਖਿਆ ਗਿਆ ਉਸ ਦਾ ਜਲਦੀ ਨਾਲ ਰੀਕੈਪ ਕਰਕੇ ਸ਼ੁਰੂ ਕਰਦੇ ਹਾਂ। ਇਸ ਲਈ ਅਸੀਂ ਨੌਨ ਲੀਨੀਅਰ ਰੀਸਟੋਰਿੰਗ ਫੋਰਸ ਮਾਡਲਾਂ ਨੂੰ ਦੇਖ ਰਹੇ ਸੀ ਜੋ ਓਸੀਲੇਸ਼ਨਸ ਨੂੰ ਰਾਇਜ਼ ਦੇਣਗੇ। ਸਭ ਤੋਂ ਸਰਲ ਚੀਜ਼ਾਂ ਵਿੱਚੋਂ ਇੱਕ ਜੋ ਅਸੀਂ ਕੀਤਾ ਹੈ ਉਹ ਇਸ ਟਾਈਪ ਦੇ ਇੱਕ ਮਾਡਲ ਨੂੰ ਵੇਖਣਾ ਸੀ ਜਿੱਥੇ ਤੁਹਾਡੇ ਕੋਲ ਇੱਕ ਨੌਨ ਲੀਨੀਅਰ ਰੀਸਟੋਰਿੰਗ ਫੋਰਸ ਸੀ ਜੋ ਕਿ S ਆਫ X ਹੈ ਅਤੇ ਇਹ ਵੀ ਚਲਾਇਆ ਗਿਆ ਸੀ। ਅਤੇ ਸਿਧਾਂਤਕ ਤੌਰ ਤੇ ਇਸ ਨੌਨ ਲੀਨੀਅਰ ਰੀਸਟੋਰਿੰਗ ਫੋਰਸ ਨਾਲ ਤੁਸੀਂ ਇਨਫਾਈਨਾਈਟ ਟਰਮਜ਼ ਦੀ ਕਲਪਨਾ ਕਰ ਸਕਦੇ ਹੋ S1x + S2x² ਅਤੇ ਇਸ ਤਰ੍ਹਾਂ ਅੱਗੇ। ਪਰ ਅਭਿਆਸ ਵਿੱਚ ਅਸੀਂ 2 ਜਾਂ 3 ਤੱਕ ਸੀਮਿਤ ਰਹਾਂਗੇ ਅਤੇ ਇਸ ਕੇਸ ਲਈ ਜਿਸਦਾ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਅਸੀਂ ਸਿਰਫ ਪਹਿਲੇ 3 ਤੱਕ ਸੀਮਤ ਕਰ ਦਿੱਤਾ ਹੈ। ਅਸਲ ਵਿੱਚ ਸਿਰਫ ਪਹਿਲਾ ਅਤੇ ਤੀਜਾ। ਅਤੇ ਇੱਕ ਉਦਾਹਰਣ ਦੇ ਤੌਰ ਤੇ ਅਸੀਂ ਇਸ ਪ੍ਰੋਬਲਮ ਨੂੰ ਦੇਖਿਆ ਕਿ ਅਸੀਂ ਸਟ੍ਰਿੰਗ ਲਈ ਕੀਤੀ ਹੈ। ਤਾਂ ਇੱਥੇ ਤੁਹਾਡੇ ਕੋਲ ਇੱਕ ਬਿਟ ਹੈ ਜਿਸ ਨੂੰ 2 ਸਟ੍ਰਿੰਗਸ ਦੁਆਰਾ ਰੱਖਿਆ ਗਿਆ ਹੈ ਜੋ ਕਿ ਵਾਲਜ਼ ਨਾਲ ਬੰਨਿਆ ਹੋਇਆ ਹੈ। ਸਾਰਾ ਸੈਟਅਪ ਵਰਟੀਕਲ ਦਿਸ਼ਾ ਵਿੱਚ ਮਾਊਂਟ ਕੀਤਾ ਗਿਆ ਹੈ ਅਤੇ ਅਸੀਂ ਜੋ ਕਰਦੇ ਹਾਂ ਉਹ ਸਿਰਫ ਸਟ੍ਰਿੰਗ ਨੂੰ ਵੱਖਰਾ ਕਰਨਾ ਹੈ ਅਤੇ ਇਹ ਮੰਨ ਲਓ ਕਿ ਓਸੀਲੇਸ਼ਨ ਇੱਕ ਪਲੇਨ ਵਿੱਚ ਹਨ ਅਤੇ ਸਿਰਫ ਇਸ ਡਾਇਰੈਕਸ਼ਨ ਵਿੱਚ ਹਨ। ਅਤੇ ਇਸ ਕੇਸ ਵਿੱਚ ਤੁਸੀਂ ਇਸ ਪ੍ਰੋਬਲਮ ਦਾ ਵਿਸ਼ਲੇਸ਼ਣ ਕਰ ਸਕਦੇ ਹੋ ਇਹ ਮੰਨ ਕੇ ਕਿ ਸਟ੍ਰਿੰਗ ਵਿੱਚ ਯੂਨੀਫਾਰਮ ਟੈਂਸ਼ਨ ਹੈ ਅਤੇ ਇਸ ਤਰ੍ਹਾਂ ਦੇ ਹੋਰ। ਪਰ ਪਿਛਲੇ ਸਮੇਂ ਵਿੱਚ ਸਮਾਨ ਸਮੱਸਿਆਵਾਂ ਨਾਲ ਅਸੀਂ ਜੋ ਕੀਤਾ ਸੀ ਉਸ ਤੋਂ 2 ਮਹੱਤਵਪੂਰਨ ਡੀਵੀਏਸ਼ਨ ਹਨ। ਇੱਕ ਇਹ ਹੈ ਕਿ ਤੁਹਾਨੂੰ ਇਹ ਨਹੀਂ ਮੰਨਣਾ ਚਾਹੀਦਾ ਹੈ ਕਿ ਜਿੱਥੇ ਵੀ ਸਾਈਨ ਥੀਟਾ ਆਉਂਦਾ ਹੈ ਤੁਸੀਂ ਥੀਟਾ ਦੁਆਰਾ ਅਨੁਮਾਨਿਤ ਕਰ ਸਕਦੇ ਹੋ ਅਤੇ ਭਾਵੇਂ ਕਿ ਸਟ੍ਰਿੰਗ ਵਿੱਚ ਟੈਂਸ਼ਨ ਇਕਸਾਰ ਹੈ ਇਹ ਮੰਨ ਨਹੀਂ ਸਕਦੇ। ਸਟ੍ਰਿੰਗ ਵਿੱਚ ਟੈਂਸ਼ਨ ਜਦੋਂ ਇਹ ਆਪਣੀ ਇਕਵਿਲਿਬ੍ਰੀਅਮ ਪੋਜੀਸ਼ਨ ਵਿੱਚ ਹੁੰਦਾ ਹੈ ਅਤੇ ਜਦੋਂ ਇਸ ਨੂੰ ਇੱਕ ਦੂਜੇ ਦੇ ਬਰਾਬਰ ਜਾਂ ਥੋੜਾ ਜਿਹਾ ਮੂਵ ਕੀਤਾ ਜਾਂਦਾ ਹੈ ਤਾਂ ਇਹ ਸਾਰੀਆਂ ਐਡਜਸਟਮੈਂਟਸ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਵੇਖੋਗੇ ਕਿ ਮੋਸ਼ਨ ਦੀ ਇਕੁਏਸ਼ਨ ਜੋ ਤੁਸੀਂ ਪ੍ਰਾਪਤ ਕਰਦੇ ਹੋ ਅਸਲ ਵਿੱਚ ਨੌਨ ਲੀਨੀਅਰ ਹੈ। ਅਤੇ ਜੋ ਅਸੀਂ ਉਸ ਕੇਸ ਵਿੱਚ ਦੇਖਿਆ ਉਹ ਇਹ ਸੀ ਕਿ ਜੇਕਰ ਤੁਸੀਂ ਆਪਣੇ ਸਿਸਟਮ ਨੂੰ ਫ੍ਰੀਕੁਐਂਸੀ ਓਮੇਗਾ ਨਾਲ ਫੋਰਸ ਦੇ ਰਹੇ ਹੋ ਸਿਸਟਮ ਫ੍ਰੀਕੁਐਂਸੀ ਓਮੇਗਾ ਦੇ ਨਾਲ ਲੀਨੀਅਰ ਕੇਸ ਵਾਂਗ ਓਸੀਲੇਟ ਹੁੰਦਾ ਹੈ ਪਰ ਇਸ ਵਿੱਚ ਵਾਧੂ ਫ੍ਰੀਕੁਐਂਸੀ ਵੀ ਹੁੰਦੀ ਹੈ। ਉਦਾਹਰਣ ਲਈ ਇਸ ਕੇਸ ਵਿੱਚ ਇਹ ਫ੍ਰੀਕੁਐਂਸੀ 3 ਓਮੇਗਾ ਦੇ ਨਾਲ ਓਸੀਲੇਸ਼ਨ ਵੀ ਦਰਸਾਉਂਦਾ ਹੈ। ਆਮ ਤੌਰ ਤੇ ਉੱਚ ਹਾਰਮੋਨਿਕ ਓਸੀਲੇਸ਼ਨ ਵਿੱਚ ਮੌਜੂਦ ਹੋ ਸਕਦੇ ਹਨ ਅਤੇ ਇਹ ਵੀ ਕਿ ਅਜਿਹੇ ਮਾਮਲਿਆਂ ਵਿੱਚ ਐਂਪਲੀਟਿਊਡ ਅਸੀਮਿਤ ਤਰੀਕੇ ਨਾਲ ਨਹੀਂ ਵੱਧਦਾ ਕਿਉਂਕਿ ਘੱਟ ਅਤੇ ਉੱਚ ਐਂਪਲੀਟਿਊਡ ਤੇ ਫ੍ਰੀਕੁਐਂਸੀ ਅਸਲ ਵਿੱਚ ਵੱਖਰੀ ਹੁੰਦੀ ਹੈ। ਅਸੀਂ ਸਿਰਫ ਅੰਸ਼ਕ ਰੂਪ ਵਿੱਚ ਹੀ ਇੱਕ ਹੋਰ ਮਾਡਲ ਤਿਆਰ ਕੀਤਾ ਹੈ। ਮਾਡਲ ਨੂੰ ਡੰਪਿੰਗ ਓਸੀਲੇਟਰ ਕਿਹਾ ਜਾਂਦਾ ਸੀ। ਇਸ ਲਈ ਇੱਥੇ ਦੁਬਾਰਾ ਤੁਸੀਂ ਇਹ 3 ਮਹੱਤਵਪੂਰਨ ਤੱਤ ਦੇਖਦੇ ਹੋ ਜੋ ਤੁਹਾਡੇ ਕੋਲ ਡਿਸਿਪੇਸ਼ਨ ਸੀ ਤੁਹਾਡੇ ਕੋਲ ਨੌਨ ਲੀਨੀਅਰ ਰੀਸਟੋਰਿੰਗ ਫੋਰਸ ਹੈ ਅਤੇ ਐਕਸਟਰਨਲ ਫੋਰਸਿੰਗ ਫ੍ਰੀਕੁਐਂਸੀ ਓਮੇਗਾ ਦੇ ਨਾਲ ਇੱਕ ਸਾਈਨੂਸੋਇਡਲ ਫੋਰਸਿੰਗ ਹੈ। ਇਸ ਲਈ ਇਸ ਸਥਿਤੀ ਵਿੱਚ ਜਦੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਤਾਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਦਿਲਚਸਪ ਸਿਸਟਮ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪੈਰਾਮੀਟਰ ਦੇ ਕੁਝ ਵਿਕਲਪਾਂ ਲਈ ਕਿਆਟਿਕ ਸੋਲਿਊਸ਼ਨਸ ਦੀ ਅਗਵਾਈ ਕਰ ਸਕਦੀ ਹੈ। ਇਸ ਲਈ ਕਿਓਸ ਤੋਂ ਸਾਡਾ ਮਤਲਬ ਹੈ ਕਿ ਜਦੋਂ ਤੁਸੀਂ ਦ੍ਰਿਸ਼ਟੀਗਤ ਤੌਰ ਤੇ ਡਿਸਪਲੇਸਮੈਂਟ ਨੂੰ ਟਾਈਮ ਦੇ ਇੱਕ ਫੰਕਸ਼ਨ ਵਜੋਂ ਦੇਖਦੇ ਹੋ ਤਾਂ ਇਹ ਇੱਕ ਰੈਂਡਮ ਗ੍ਰਾਫ ਵਰਗਾ ਦਿਖਾਈ ਦੇਵੇਗਾ ਜਾਂ ਉਦਾਹਰਣ ਲਈ ਜੇਕਰ ਤੁਸੀਂ 2 ਇਨੀਸ਼ੀਅਲ ਕੰਡੀਸ਼ਨਸ ਦੇਖਦੇ ਹੋ ਅਤੇ ਗਤੀ ਦੀ ਇਕੁਏਸ਼ਨ ਨੂੰ ਇੰਟੀਗ੍ਰੇਟ ਕਰਦੇ ਹੋ 2 ਇਨੀਸ਼ੀਅਲ ਕੰਡੀਸ਼ਨਸ ਇੱਕ ਦੂਜੇ ਦੇ ਬਹੁਤ ਨੇੜੇ ਹਨ ਜਿੰਨਾ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਦੇਖੋਗੇ ਕਿ ਸ਼ੁਰੂ ਵਿੱਚ ਇਹ 2 ਇਨੀਸ਼ੀਅਲ ਕੰਡੀਸ਼ਨਸ ਇੱਕ ਦੂਜੇ ਦੇ ਨੇੜੇ ਹੋਣਗੀਆਂ ਪਰ ਕੁਝ ਸਮੇਂ ਬਾਅਦ ਇਹ ਵੱਖ ਹੋ ਜਾਣਗੀਆਂ ਅਤੇ ਉਹ ਤੇਜ਼ੀ ਨਾਲ ਵੱਖ ਹੋ ਜਾਣਗੀਆਂ ਜੋ ਕਿ ਇੱਕ ਕਿਆਟਿਕ ਸਿਸਟਮ ਦਾ ਇੱਕ ਸਿਗਨੇਚਰ ਹੈ ਅਤੇ ਇਹ ਤੁਸੀਂ ਕਿਸੇ ਹੋਰ ਲੀਨੀਅਰ ਸਿਸਟਮ ਵਿੱਚ ਨਹੀਂ ਦੇਖਿਆ ਹੋਵੇਗਾ। ਇਹ ਇੱਕ ਮਹੱਤਵਪੂਰਨ ਕਿਸਮ ਦਾ ਨਵਾਂ ਫਿਨੋਮੀਨਨ ਹੈ ਜੋ ਸਿਰਫ ਨੌਨ ਲੀਨੀਅਰ ਸਿਸਟਮਸ ਵਿੱਚ ਹੁੰਦਾ ਹੈ।
ਅੱਜ ਇਸ ਬੈਕਗਰਾਉਂਡ ਦੇ ਨਾਲ ਅਸੀਂ ਇਹਨਾਂ ਸਾਰੀਆਂ ਵੇਵਜ਼ ਨੂੰ ਦੇਖਦੇ ਹਾਂ, ਜੋ ਅਸੀਂ ਡਫਿੰਗ ਓਸੀਲੇਟਰ ਅਤੇ ਅਸੀਂ ਸਟ੍ਰਿੰਗ ਦੇਖੇ ਅਤੇ ਉਹ ਸਭ ਜੋ ਅਸਲ ਵਿੱਚ ਓਸੀਲੇਸ਼ਨ ਸਨ, ਇੱਕ ਸਿੰਗਲ ਪਾਰਟੀਕਲ ਦੇ ਓਸੀਲੇਸ਼ਨ। ਹੁਣ ਨੌਨ ਲੀਨੀਅਰਿਟੀ ਵੇਵ ਫੇਨੋਮੇਨਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? ਇਹ ਉਹ ਸਵਾਲ ਹੈ ਜਿਸ ਬਾਰੇ ਅਸੀਂ ਅੱਜ ਖੋਜ ਕਰਨਾ ਚਾਹਾਂਗੇ। ਆਓ ਉਹ ਦੇਖਦੇ ਹਾਂ ਜੋ ਅਸੀਂ ਕਈ ਹਫ਼ਤੇ ਪਹਿਲਾਂ ਵੇਵਜ਼ ਬਾਰੇ ਪੜ੍ਹਿਆ ਸੀ। ਇਸ ਲਈ, ਕਿਸੇ ਪੁਆਇੰਟ ਤੇ ਅਸੀਂ B ਨਾਲ ਸ਼ੁਰੂ ਕੀਤਾ। ਸਟ੍ਰਿੰਗ ਕੰਟੀਨਿਊ ਇੰਪਲਮੈਂਟ ਤੇ ਚਲੀ ਗਈ। ਅਸੀਂ ਮੋਸ਼ਨ ਦੀ ਇੱਕ ਇਕੁਏਸ਼ਨ ਲਿਖੀ ਅਤੇ ਅਸੀਂ ਇਸ ਨੂੰ ਵੇਵ ਇਕੁਏਸ਼ਨ ਅਤੇ ਵੇਵ ਇਕੁਏਸ਼ਨ ਦੇ ਸੋਲਿਊਸ਼ਨ ਕਹਿੰਦੇ ਹਾਂ, ਜਾਂ ਸੋਲਿਊਸ਼ਨ ਨੂੰ ਦਰਸਾਉਣ ਦਾ ਇੱਕ ਸੰਭਵ ਤਰੀਕਾ ਇਹ y ਸੀ ਜੋ ਕਿ ਇੱਕ ਸਟ੍ਰਿੰਗ ਦੇ ਨਾਲ ਪੋਜੀਸ਼ਨ x ਦਾ ਫੰਕਸ਼ਨ ਹੈ ਅਤੇ t ਟਾਈਮ ਹੈ। ਇਸ ਲਈ y ਪੋਜੀਸ਼ਨ ਤੇ ਵੇਵ ਦਾ ਐਂਪਲੀਟਿਊਡ ਹੈ। ਟਾਈਮ t ਕੁਝ ਐਂਪਲੀਟਿਊਡ ਦੁਆਰਾ ਦਿੱਤਾ ਜਾਂਦਾ ਹੈ। ਇਹ ਟਾਈਮ ਅਸੀਂ ਪਾਵਰ i ਓਮੇਗਾ e ਪਾਵਰ k x ਮਾਈਨਸ ਓਮੇਗਾ t। ਹੁਣ ਜੇਕਰ ਤੁਸੀਂ ਇਸ ਫੰਕਸ਼ਨ ਨੂੰ ਡਾਇਗਰਾਮ ਬਣਾ ਕੇ ਦੱਸਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਵੇਵ ਫੋਰਮ ਹੈ -ਇਨਫਿਨਿਟੀ ਤੋਂ +ਇਨਫਿਨਿਟੀ ਤੱਕ ਸਾਰੇ ਤਰੀਕੇ ਨਾਲ ਵਿਸਤਾਰ ਕਰਦੀ ਹੈ। ਇੱਕ ਸਾਈਨੂਸੋਇਡਲ ਵੇਵ। ਇਸ ਲਈ ਇਹ ਕੁਝ ਇਸ ਤਰ੍ਹਾਂ ਦਿਖਾਈ ਦੇਵੇਗੀ। ਇਸ ਨੂੰ ਇੱਕ ਪ੍ਰੋਗਰੈਸਿਵ ਵੇਵ ਸਮਝੋ। ਇਸ ਲਈ ਮੈਂ ਇਸ ਨੂੰ x ਦੇ ਇੱਕ ਫੰਕਸ਼ਨ ਦੇ ਰੂਪ ਵਿੱਚ ਪਲੋਟ ਕਰਾਂਗਾ। ਤੁਸੀਂ ਇਸ ਨੂੰ ਸਮੇਂ ਦੇ ਨਾਲ ਅੱਗੇ ਵਧਦੇ ਵੀ ਦੇਖ ਸਕਦੇ ਹੋ। ਤਾਂ ਇਹ ਜਿੱਥੋਂ ਤੱਕ ਇੱਕ ਸਿੰਗਲ ਵੇਵ ਦਾ ਸੰਬੰਧ ਹੈ। ਅਤੇ ਯਾਦ ਰੱਖੋ ਕਿ ਅਸੀਂ ਇਸ ਨੂੰ ਇੱਕ ਲੀਨੀਅਰ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਤੋਂ ਪ੍ਰਾਪਤ ਕੀਤਾ ਹੈ। ਇਹ ਇੱਕ ਲੀਨੀਅਰ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਹੈ। ਹੁਣ ਕੀ ਹੋਵੇਗਾ ਜੇਕਰ ਮੈਂ ਅਜਿਹੀਆਂ ਦੋ ਵੇਵਜ਼ ਨੂੰ ਥੋੜੀ ਵੱਖਰੀ ਫ੍ਰੀਕੁਐਂਸੀ ਨਾਲ ਦੁਬਾਰਾ ਸੁਪਰਪੋਜ਼ ਕਰਦਾ ਹਾਂ? ਤਾਂ ਇਹ ਇੱਕ ਪ੍ਰੋਬਲਮ ਹੈ ਜੋ ਅਸੀਂ ਪਹਿਲਾਂ ਅਤੇ ਇੱਥੇ ਕਈ ਤਰੀਕਿਆਂ ਨਾਲ ਵੇਖ ਚੁੱਕੇ ਹਾਂ। ਜੇਕਰ ਮੈਂ ਉਹਨਾਂ ਵਿੱਚੋਂ ਦੋ ਵੇਵਜ਼ ਨੂੰ ਟ੍ਰਿਗਨੋਮੈਟ੍ਰਿਕ ਪਛਾਣਾਂ ਦੀ ਵਰਤੋਂ ਕਰਕੇ ਕੁਝ ਮੈਨੀਪੁਲੇਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਤੁਹਾਨੂੰ ਕੀ ਮਿਲੇਗਾ? ਇਸ ਤਰ੍ਹਾਂ ਦਾ ਇੱਥੇ ਦਿਖਾਇਆ ਗਿਆ ਹੈ। ਇਸ ਲਈ ਤੁਹਾਡੇ ਕੋਲ ਇੱਕ ਫਾਸਟ ਓਸੀਲੇਸ਼ਨ ਹੋਵੇਗੀ ਅਤੇ ਉਸ ਸਮੁੱਚੀ ਪ੍ਰੋਫਾਈਲ ਦਾ ਪ੍ਰੋਫਾਈਲ, ਜੋ ਇੱਥੇ ਇਸ ਲਾਲ ਡੈਸ਼ਡ ਕਰਵ ਵਿੱਚ ਦਿਖਾਇਆ ਗਿਆ ਹੈ, ਉਹ ਪ੍ਰੋਫਾਈਲ ਹੋਵੇਗਾ ਜੋ ਤੁਸੀਂ ਅਸਲ ਵਿੱਚ ਹੁਣ ਦੇਖੋਗੇ ਕਿ ਜੇਕਰ ਮੈਂ ਵੱਡੀ ਗਿਣਤੀ ਵਿੱਚ ਵੇਵਜ਼ ਨੂੰ ਸੁਪਰਪੋਜ਼ ਕਰਾਂਗਾ ਤਾਂ ਕੀ ਹੋਵੇਗਾ। ਮੇਰਾ ਮਤਲਬ ਹੈ ਕਿ ਮੈਂ ਵੱਡੀ ਗਿਣਤੀ ਵਿੱਚ ਪ੍ਰੋਗਰੈਸਿਵ ਵੇਵਜ਼ ਨੂੰ ਸੁਪਰਪੋਜ਼ ਕਰ ਰਿਹਾ ਹਾਂ। ਫਰਕ ਇਹ ਹੈ ਕਿ ਹਰੇਕ ਵੇਵ ਦੀ ਦੂਜੀ ਤੋਂ ਥੋੜੀ ਵੱਖਰੀ ਫ੍ਰੀਕੁਐਂਸੀ ਹੁੰਦੀ ਹੈ। ਇਸ ਸਥਿਤੀ ਵਿੱਚ ਮੈਂ ਇੱਕ ਸਮੁੱਚੀ ਵੇਵਫੋਰਮ ਪ੍ਰਾਪਤ ਕਰਨ ਜਾ ਰਿਹਾ ਹਾਂ, ਜੋ ਇਸ ਤਰ੍ਹਾਂ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਕੀ ਹੋ ਰਿਹਾ ਹੈ। ਤਾਂ ਜਦੋਂ ਮੇਰੇ ਕੋਲ ਵੇਵਫੋਰਮ ਦੀ ਫਿਜ਼ੀਕਲ ਐਕਸਟੈਂਟ ਸੀ ਜਿੱਥੇ ਐਂਪਲੀਟਿਊਡ ਨੋਨ ਜ਼ੀਰੋ ਹੈ, ਪੂਰਾ x-ਐਕਸਿਸ -ਇਨਫਿਨਿਟੀ ਤੋਂ +ਇਨਫਿਨਿਟੀ ਤੱਕ ਜਾਂਦੀ ਹੈ। ਜਦੋਂ ਮੈਂ ਇਹਨਾਂ ਵੇਵਜ਼ ਦੀ ਇੱਕ ਵੱਡੀ ਸੰਖਿਆ ਨੂੰ ਉਸ ਖੇਤਰ ਉੱਤੇ ਸੁਪਰਪੋਜ਼ ਕਰਦਾ ਹਾਂ ਜਿਸ ਉੱਤੇ ਕੁੱਲ ਵੇਵਫੋਰਮ ਦਾ ਐਂਪਲੀਟਿਊਡ ਨੋਨ ਜ਼ੀਰੋ ਹੁੰਦਾ ਹੈ, ਬਹੁਤ ਸਮਾਲ ਹੁੰਦਾ ਹੈ। ਇਸ ਦੇ ਬਾਰੇ ਸਿਰਫ ਇਹ ਕਹਿਣਾ ਹੈ। ਇਸ ਤੋਂ ਇਲਾਵਾ ਇਹ ਸਾਰੇ ਪ੍ਰੈਕਟੀਕਲ ਉਦੇਸ਼ਾਂ ਲਈ ਹੈ ਜੋ ਜ਼ੀਰੋ ਤੇ ਚਲਾ ਗਿਆ ਹੈ ਅਤੇ ਤੁਸੀਂ ਸੰਭਾਵਤ ਤੌਰ ਤੇ ਇਸ ਦਾ ਪਤਾ ਵੀ ਨਹੀਂ ਲਗਾ ਸਕਦੇ ਹੋ। ਇਸ ਲਈ ਹੁਣ ਇਹ ਲੋਕਲਾਈਜ਼ ਵੇਵ ਪੈਕੇਟ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਇਸ ਲਈ ਇਹ ਬਹੁਤ ਵਧੀਆ ਹੈ ਕਿ ਇੱਕ ਪਾਸੇ ਤੁਹਾਡੇ ਕੋਲ ਕੁਝ ਅਜਿਹਾ ਸੀ ਜੋ -ਇਨਫਿਨਿਟੀ ਤੋਂ +ਇਨਫਿਨਿਟੀ ਤੱਕ ਐਕਸਟੈਂਡ ਹੁੰਦਾ ਹੈ, ਪਰ ਤੁਸੀਂ ਇਸ ਲੀਨੀਅਰ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਦੇ ਇਹਨਾਂ ਸੋਲਿਊਸ਼ਨਸ ਦੀ ਵਰਤੋਂ ਕਰਕੇ ਇਸ ਤਰ੍ਹਾਂ ਦੇ ਵੇਵ ਪੈਕੇਟ ਤਿਆਰ ਕਰ ਸਕਦੇ ਹੋ। ਇਸ ਲਈ ਇਸ ਬਾਰੇ ਚੰਗੀ ਗੱਲ ਇਹ ਹੈ ਕਿ ਇਹ ਵੇਵ ਪੈਕੇਟ ਜੋ ਅਸੀਂ ਥੋੜੀ ਵੱਖਰੀ ਫ੍ਰੀਕੁਐਂਸੀ ਦੀਆਂ ਬਹੁਤ ਸਾਰੀਆਂ ਵੇਵਜ਼ ਨੂੰ ਇਕੱਠਾ ਕਰਦੇ ਹੋਏ ਬਣਾਇਆ ਹੈ, ਇਹ ਗਰੁੱਪ ਵੈਲੋਸਿਟੀ ਨਾਲ ਅੱਗੇ ਵਧਦਾ ਹੈ ਜਾਂ ਚੱਲਦਾ ਹੈ। ਅਤੇ ਦੁਬਾਰਾ ਇਹ ਇੱਕ ਕਨਸੈਪਟ ਹੈ ਜੋ ਅਸੀਂ ਦੇਖਿਆ ਹੈ ਅਤੇ ਗਰੁੱਪ ਵੈਲੋਸਿਟੀ dω/dt ਦੁਆਰਾ ਦਿੱਤੀ ਗਈ ਹੈ ਜਿੱਥੇ ਓਮੇਗਾ ਐਂਗੂਲਰ ਫ੍ਰੀਕੁਐਂਸੀ ਹੈ। ਹੁਣ ਆਮ ਤੌਰ ਤੇ ਇਹ ਗਰੁੱਪ ਵੈਲੋਸਿਟੀ ਜੋ ਕਿ ਪੂਰੇ ਗਰੁੱਪ ਦੀ ਵੈਲੋਸਿਟੀ ਹੈ, ਆਮ ਤੌਰ ਤੇ ਉਸ ਗਰੁੱਪ ਦੇ ਇੰਡੀਵਿਜੂਅਲ ਕੰਪੋਨੈਂਟ ਦੇ ਵੈਲੋਸਿਟੀ ਤੋਂ ਵੱਖਰੀ ਹੁੰਦੀ ਹੈ। ਗਰੁੱਪ ਦੇ ਇੰਡੀਵਿਜੂਅਲ ਕੰਪੋਨੈਂਟਸ ਦੀ ਵੈਲੋਸਿਟੀ ਨੂੰ ਫੇਜ਼ ਵੈਲੋਸਿਟੀ ਕਿਹਾ ਜਾਂਦਾ ਹੈ ਅਤੇ ਇਸ ਨੂੰ ਇਸ ਕੁਆਂਟੀਟੀ Vp ਦੁਆਰਾ ਦਰਸਾਇਆ ਜਾਂਦਾ ਹੈ। ਇਸ ਲਈ ਆਮ ਤੌਰ ਤੇ ਇਸ ਤਰ੍ਹਾਂ ਦੀ ਸਥਿਤੀ ਵਿੱਚ ਗਰੁੱਪ ਵੈਲੋਸਿਟੀ ਫੇਜ਼ ਵੈਲੋਸਿਟੀ ਦੇ ਬਰਾਬਰ ਨਹੀਂ ਹੁੰਦੀ ਹੈ ਅਤੇ ਸਿਰਫ ਉਦੋਂ ਹੀ ਗਰੁੱਪ ਵੈਲੋਸਿਟੀ ਫੇਜ਼ ਵੈਲੋਸਿਟੀ ਦੇ ਬਰਾਬਰ ਹੁੰਦੀ ਹੈ ਜੇਕਰ ਇਹ ਕੁਆਂਟੀਟੀ dω/dk ਤੋਂ ਇੰਡੀਪੈਂਡੈਂਟ ਹੈ। ਇਸ ਲਈ ਦੁਬਾਰਾ ਇਹ ਉਹ ਵਿਚਾਰ ਹੈ ਜੋ ਉਦੋਂ ਅਸੀਂ ਦੇਖਿਆ ਸੀ ਜਦੋਂ ਅਸੀਂ ਫੇਜ਼ ਵੈਲੋਸਿਟੀ
ਅਤੇ ਗਰੁੱਪ ਵੈਲੋਸਿਟੀ ਦੇ ਇਹਨਾਂ ਵਿਚਾਰਾਂ ਨੂੰ ਦੇਖਿਆ ਸੀ। ਇਸ ਲਈ ਇਹ ਧਿਆਨ ਵਿੱਚ ਰੱਖੋ ਕਿ ਜ਼ਿਆਦਾਤਰ ਰੀਅਲਿਸਟਿਕ ਮਾਮਲਿਆਂ ਵਿੱਚ ਗਰੁੱਪ ਵੈਲੋਸਿਟੀ ਅਤੇ ਫੇਜ਼ ਵੈਲੋਸਿਟੀ ਇੱਕ ਦੂਜੇ ਦੇ ਬਰਾਬਰ ਨਹੀਂ ਹਨ। ਇਸ ਲਈ, ਅਸੀਂ ਇਸ ਦੇ ਆਧਾਰ ਤੇ ਕੁਝ ਸਿੱਟਾ ਲਿਖ ਸਕਦੇ ਹਾਂ ਕਿ ਜੇਕਰ ਗਰੁੱਪ ਵੈਲੋਸਿਟੀ ਫੇਜ਼ ਵੈਲੋਸਿਟੀ ਦੇ ਬਰਾਬਰ ਹੈ, ਤਾਂ ਇਹ ਇੱਕ ਬਹੁਤ ਹੀ ਖਾਸ ਕੇਸ ਹੈ। ਉਸ ਸਥਿਤੀ ਵਿੱਚ ਵੇਵ ਪ੍ਰੋਫਾਈਲ ਜਾਂ ਸ਼ੇਪ ਵਿੱਚ ਤਬਦੀਲੀ ਕੀਤੇ ਬਿਨਾਂ ਹਿੱਲ ਸਕਦੀ ਹੈ। ਦੂਜੇ ਸ਼ਬਦਾਂ ਵਿੱਚ, ਜੇਕਰ ਮੇਰੀ ਵੇਵਫਾਰਮ ਦੀ ਸ਼ੇਪ ਇਸ ਤਰ੍ਹਾਂ ਦੀ ਹੈ, ਤਾਂ ਇਹ ਕਾਫੀ ਲੋਕਲਾਈਜ਼ਡ ਹੈ। ਇਹ ਬਿਨਾਂ ਕਿਸੇ ਡਿਸਟੋਰਸ਼ਨ ਦੇ ਉਸ ਸ਼ੇਪ ਵੱਲ ਵਧੇਗੀ ਜਿਵੇਂ ਇਹ ਹੈ, ਅਤੇ ਇਹ ਸੰਭਵ ਹੈ ਜੇਕਰ Vg=Vp ਹੈ। ਅਤੇ ਫਿਜ਼ੀਕਲੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਜਿਹਾ ਕਿਉਂ ਹੋਣਾ ਚਾਹੀਦਾ ਹੈ, ਕਿਉਂਕਿ ਵੱਖ-ਵੱਖ ਕੰਪੋਨੈਂਟ ਉਸੇ ਰਫ਼ਤਾਰ ਨਾਲ ਅੱਗੇ ਵਧ ਰਹੇ ਹਨ, ਤਾਂ ਵੇਵ ਵੱਖ ਨਹੀਂ ਹੋ ਰਹੀ ਹੈ। ਇਹ ਆਪਣੀ ਉਹ ਸ਼ੇਪ ਬਰਕਰਾਰ ਰੱਖਦੀ ਹੈ ਜੋ ਤੁਸੀਂ ਸ਼ੁਰੂਆਤੀ ਸਮੇਂ ਵਿੱਚ ਦਿੱਤੀ ਸੀ। ਅਜਿਹੀਆਂ ਵੇਵਜ਼ ਨੂੰ ਨੌਨ ਡਿਸਪਰਸਿਵ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਇੱਕ ਸ਼ੇਪ ਦਿੰਦੇ ਹੋ। ਮੰਨ ਲਓ ਟਾਈਮ t=0 ਦੇ ਨਾਲ ਇਹ ਉਸੇ ਸ਼ੇਪ ਅਤੇ ਪ੍ਰੋਫਾਈਲ ਦੇ ਨਾਲ ਚੱਲਦੀ ਰਹਿੰਦੀ ਹੈ। ਇਹ ਨੌਨ ਡਿਸਪਰਸਿਵ ਕਿਉਂ ਹੈ? ਇਹ ਵੱਖ ਨਹੀਂ ਹੁੰਦੀ ਹੈ ਅਤੇ ਦੂਜੇ ਪਾਸੇ ਡਿਸਪਰਸ ਨਹੀਂ ਹੁੰਦੀ ਹੈ। ਜੇਕਰ Vg=Vp ਹੈ, ਤਾਂ ਅਜਿਹਾ ਨਹੀਂ ਹੋਵੇਗਾ। ਇਹ ਉਹ ਸਥਿਤੀ ਹੈ ਜਿੱਥੇ ਸਿਸਟਮ ਫਿਜ਼ੀਕਲੀ ਦੁਬਾਰਾ ਡਿਸਪਰਸਿਵ ਹੈ। ਜੇਕਰ ਤੁਸੀਂ ਕਲਪਨਾ ਕਰਦੇ ਹੋ ਕਿ ਤੁਹਾਡੇ ਕੋਲ ਬਹੁਤ ਸਾਰੇ ਕੰਪੋਨੈਂਟ ਹਨ, ਤੁਸੀਂ ਆਪਣੇ ਲੋਕਲਾਈਜ਼ਡ ਵੇਵ ਪੈਕੇਟ ਨੂੰ ਬਣਾਉਣ ਲਈ ਕਈ ਵੇਵਫਾਰਮਾਂ ਨੂੰ ਇਸ ਤਰ੍ਹਾਂ ਇਕੱਠਾ ਕਰਦੇ ਹੋ, ਅਤੇ ਉਸ ਕੰਪੋਨੈਂਟ ਦੀ ਵੱਖਰੀ ਫੇਜ਼ ਵੈਲੋਸਿਟੀ ਹੁੰਦੀ ਹੈ, ਜਿਸ ਦਾ ਮਤਲਬ ਹੈ ਕਿ ਹਰ ਇੱਕ ਵੱਖਰੀ ਗਤੀ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਤੁਸੀਂ ਸਪਸ਼ਟ ਤੌਰ ਤੇ ਕਲਪਨਾ ਕਰ ਸਕਦੇ ਹੋ ਕਿ ਇੱਕ ਵੇਵਫਾਰਮ ਜੋ ਬਹੁਤ ਲੰਬੇ ਸਮੇਂ ਤੱਕ ਇਕੱਠੇ ਨਹੀਂ ਰਹਿਣ ਵਾਲਾ ਹੈ, ਡਿਸਪਰਸ ਹੋਣ ਜਾ ਰਿਹਾ ਹੈ, ਅਤੇ ਕੁਝ ਸਮੇਂ ਬਾਅਦ ਤੁਹਾਨੂੰ ਵੇਵ ਦਾ ਕੋਈ ਟਰੇਸ ਨਹੀਂ ਦਿਖਾਈ ਦੇਵੇਗਾ। ਇਸ ਲਈ, ਇਹ ਇੱਕ ਕੇਸ ਹੈ ਜਦੋਂ ਇੱਕ ਵੇਵ ਪੈਕੇਟ ਜਿਸਨੂੰ ਤੁਸੀਂ ਸ਼ੁਰੂਆਤੀ ਸਮੇਂ ਵਿੱਚ ਬਣਾਇਆ ਸੀ, ਜਿਸ ਦੀ ਸ਼ਾਰਪ ਨੌਨ ਜ਼ੀਰੋ ਵੈਲਿਊ ਕਿਸੇ ਪੁਆਇੰਟ ਤੇ ਸਪਰੈਡ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਡਿਸਪਰਸ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਅੰਤ ਵਿੱਚ ਕੁਝ ਸਮੇਂ ਬਾਅਦ ਇਹ ਅਸਲ ਵਿੱਚ ਖਤਮ ਹੋ ਜਾਂਦਾ ਹੈ, ਤਾਂ ਅਜਿਹਾ ਹੁੰਦਾ ਹੈ ਜਦੋਂ Vg=Vp ਹੈ। ਇਸ ਲਈ, ਅਸੀਂ ਇਸ ਨੂੰ ਇੱਕ ਆਮ ਸਿੱਟੇ ਵਜੋਂ ਲਿਖ ਸਕਦੇ ਹਾਂ ਤਾਂ ਕਿ ਜੇਕਰ ਤੁਹਾਡੇ ਵੇਵਫਾਰਮ ਦਾ ਸੋਲਿਊਸ਼ਨ ਦੂਜੇ ਸ਼ਬਦਾਂ ਵਿੱਚ ਇੱਕ ਲੀਨੀਅਰ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਤੋਂ ਆਉਂਦਾ ਹੈ, ਜੇਕਰ ਉਹ ਲੀਨੀਅਰ ਡਿਸਪਰਸਿਵ ਸਿਸਟਮ ਹਨ, ਤਾਂ ਉਹ ਸੋਲਿਊਸ਼ਨ ਲੰਬੇ ਸਮੇਂ ਅਤੇ ਲੰਬੀ ਦੂਰੀ ਉੱਤੇ ਪ੍ਰੋਫਾਈਲ ਨੂੰ ਕਾਇਮ ਨਹੀਂ ਰੱਖ ਸਕਦੇ ਹਨ। ਤੁਹਾਨੂੰ ਇਸ ਦਾ ਮਤਲਬ ਇਹ ਸਮਝਣਾ ਚਾਹੀਦਾ ਹੈ ਕਿ ਇੱਕ ਪ੍ਰੋਫਾਈਲ ਜੋ ਤੁਸੀਂ ਸ਼ੁਰੂ ਵਿੱਚ ਬਣਾਉਂਦੇ ਹੋ, ਕਿਉਂਕਿ ਇਹ ਸਮੇਂ ਦੇ ਨਾਲ ਅਤੇ ਦੂਰੀ ਦੇ ਨਾਲ ਸਫ਼ਰ ਕਰਦਾ ਹੈ, ਆਮ ਤੌਰ ਤੇ ਡਿਸਇੰਟੀਗਰੇਟ ਹੋ ਜਾਵੇਗਾ, ਸਿਵਾਏ ਵਿਸ਼ੇਸ਼ ਕੇਸ ਵਿੱਚ ਜਿੱਥੇ Vg=Vp ਹੈ, ਪਰ ਇਹ ਬਹੁਤ ਦੁਰਲੱਭ ਅਤੇ ਵਿਸ਼ੇਸ਼ ਸਥਿਤੀ ਹੈ। ਪਰ ਨਹੀਂ ਤਾਂ ਜ਼ਿਆਦਾਤਰ ਰੀਅਲਿਸਟਿਕ ਮਾਮਲਿਆਂ ਵਿੱਚ ਇਹ ਡਿਸਇੰਟੀਗਰੇਟ ਹੋਣ ਜਾ ਰਿਹਾ ਹੈ। ਪਰ ਇੱਥੇ ਇੱਕ ਹੈਰਾਨੀ ਦੀ ਗੱਲ ਹੈ ਕਿ ਮੈਂ ਤੁਹਾਨੂੰ ਪਹਿਲਾਂ ਇੱਕ ਹੋਰ ਜਨਰਲ ਕਨਕਲੂਜਨ ਨੌਨ ਲੀਨੀਅਰ ਸਿਸਟਮ ਦੱਸਦਾ ਹਾਂ, ਜਿਸ ਦੁਆਰਾ ਮੇਰਾ ਮਤਲਬ ਹੈ ਨੌਨ ਲੀਨੀਅਰ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨਸ ਅਤੇ ਉਹਨਾਂ ਦੇ ਸੋਲਿਊਸ਼ਨ। ਉਹ ਅਸਲ ਵਿੱਚ ਉਸ ਪ੍ਰੋਫਾਈਲ ਨੂੰ ਲੰਬੀ ਦੂਰੀ ਅਤੇ ਲੰਬੇ ਸਮੇਂ ਤੱਕ ਬਰਕਰਾਰ ਰੱਖ ਸਕਦੇ ਹਨ। ਇਹਨਾਂ ਨੂੰ ਨੌਨ ਲੀਨੀਅਰ ਵੇਵਜ਼ ਕਿਹਾ ਜਾਂਦਾ ਹੈ, ਜਾਂ ਦੂਜੇ ਸ਼ਬਦਾਂ ਵਿੱਚ, ਇਹ ਨੌਨ ਲੀਨੀਅਰ ਵੇਵ ਇਕੁਏਸ਼ਨਸ ਦੇ ਸੋਲਿਊਸ਼ਨ ਹਨ, ਅਤੇ ਦੁਬਾਰਾ ਸੋਲਿਊਸ਼ਨ ਵਨ ਡਾਇਮੈਂਸ਼ਨ ਵਿੱਚ ਪੋਜੀਸ਼ਨ ਅਤੇ ਟਾਈਮ ਦੇ ਫੰਕਸ਼ਨ ਹੋਣ ਜਾ ਰਹੇ ਹਨ, ਅਤੇ ਅਜਿਹੇ ਸੋਲਿਊਸ਼ਨਸ ਨੂੰ ਨੌਨ ਲੀਨੀਅਰ ਵੇਵਜ਼ ਕਿਹਾ ਜਾਂਦਾ ਹੈ। ਅਤੇ ਉਹ ਨੌਨ ਲੀਨੀਅਰ ਵੇਵ ਇਕੁਏਸ਼ਨ ਦੇ ਸੋਲਿਊਸ਼ਨ ਵਜੋਂ ਸਾਹਮਣੇ ਆਉਂਦੇ ਹਨ, ਤਾਂ ਜੋ ਤੁਹਾਨੂੰ ਨੌਨ ਲੀਨੀਅਰ ਵੇਵ ਦੀ ਉਦਾਹਰਨ ਦਿੱਤੀ ਜਾ ਸਕੇ। ਤੁਹਾਡੇ ਵਿੱਚੋਂ ਕਿਸੇ ਨੇ ਸਾਲ 2004 ਵਿੱਚ ਆਈ ਸੁਨਾਮੀ ਨੂੰ ਸੁਣਿਆ ਜਾਂ ਅਨੁਭਵ ਕੀਤਾ ਹੋਵੇਗਾ। ਇਸ ਵੱਡੀ ਗਿਣਤੀ ਵਿੱਚ ਦੱਖਣ ਪੂਰਬੀ ਏਸ਼ੀਆ ਵਿੱਚ ਆਈ ਸੀ, ਇਸ ਲਈ ਇਹ ਅਸਲ ਵਿੱਚ ਇੱਕ ਭੂਚਾਲ ਦੁਆਰਾ ਸ਼ੁਰੂ ਹੋਈ ਸੀ, ਅਤੇ ਸੁਮਾਤਰਾ ਦੇ ਨੇੜੇ ਸਮੁੰਦਰ ਦੇ ਹੇਠਾਂ ਭੂਚਾਲ ਅਸਲ ਵਿੱਚ ਇੰਡੋਨੇਸ਼ੀਆ ਦੇ ਤੱਟ ਦੇ ਹਨ। ਇਸ ਲਈ ਪਾਣੀ ਦੇ ਪੱਧਰ ਵਿੱਚ ਅਚਾਨਕ ਤਬਦੀਲੀ ਆਈ, ਜਿਸ ਕਾਰਨ ਸਮੁੰਦਰ ਤੇ ਇੱਕ ਵੇਵ ਸ਼ੁਰੂ ਹੋ ਗਈ। ਇਸ ਲਈ, ਇਹ ਵੇਵਜ਼ ਵਿਸ਼ੇਸ਼ ਹੁੰਦੀਆਂ ਹਨ, ਜਾਂ ਜਿਸਨੂੰ ਸੋਲਿਟਰੀ ਵੇਵਜ਼ ਕਿਹਾ ਜਾਂਦਾ ਹੈ। ਉਹ ਲੰਬੇ ਸਮੇਂ ਤੱਕ ਆਪਣੀ ਸ਼ੇਪ ਬਣਾਈ ਰੱਖ ਸਕਦੀਆਂ ਹਨ, ਅਤੇ ਲੰਬੀ ਦੂਰੀ ਤੱਕ ਇਹਨਾਂ ਨੂੰ ਨੌਨ ਲੀਨੀਅਰ ਵੇਵ ਇਕੁਏਸ਼ਨਸ ਦੇ ਸੋਲਿਊਸ਼ਨ ਦੁਆਰਾ ਦਰਸਾਇਆ ਜਾ ਸਕਦਾ ਹੈ। ਇਸ ਲਈ, ਇੰਡੋਨੇਸ਼ੀਆ ਵਿੱਚ ਕਿਤੇ
ਵੀ ਇਹ ਹੋਇਆ ਜਦੋਂ ਸੁਨਾਮੀ ਆਈ ਸੀ ਅਤੇ ਭਾਰਤ ਦੇ ਪੂਰਬੀ ਤੱਟ ਨੂੰ ਪ੍ਰਭਾਵਿਤ ਕੀਤਾ। ਅਸਲ ਵਿੱਚ ਦੂਰੀ 1500-2000 ਕਿਲੋਮੀਟਰ ਤੋਂ ਵੱਧ ਹੈ। ਇਸ ਲਈ ਵੇਵ ਅਸਲ ਵਿੱਚ ਯਾਤਰਾ ਕੀਤੀ ਅਤੇ ਭਾਰਤ ਦੇ ਪੂਰਬੀ ਤੱਟ ਵਿੱਚ ਤਬਾਹੀ ਮਚਾਉਣ ਤੋਂ ਪਹਿਲਾਂ ਲਗਭਗ 45 ਮਿੰਟ ਤੋਂ ਘੰਟੇ ਤੱਕ ਇਸ ਨੇ ਦੱਖਣ ਪੂਰਬੀ ਏਸ਼ੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਲਗਭਗ ਇਸ ਨੇ ਭੂਮੀ ਪੁੰਜ ਨੂੰ ਪ੍ਰਭਾਵਿਤ ਕੀਤਾ ਹੈ ਜੋ ਕਿ ਓਰੀਜਿਨ ਪੁਆਇੰਟ ਤੋਂ 8000 ਕਿਲੋਮੀਟਰ ਦੂਰ ਹੈ। ਅਸਲ ਵਿੱਚ ਇਹ ਇਹਨਾਂ ਵੇਵਜ਼ ਦੀ ਸਟੇਇੰਗ ਪਾਵਰ ਹੈ ਜੋ ਉਹ ਅਸਲ ਵਿੱਚ ਇੰਨੀ ਲੰਬੀ ਦੂਰੀ ਲਈ ਆਪਣੇ ਆਪ ਨੂੰ ਕਾਇਮ ਰੱਖ ਸਕਦੀਆਂ ਹਨ ਅਤੇ ਇਸ ਕਿਸਮ ਦੀਆਂ ਦੂਰੀਆਂ ਲਈ ਉਹ ਬਿਨਾਂ ਕਿਸੇ ਪ੍ਰਭਾਵ ਦੇ ਵੱਡੀਆਂ ਦੂਰੀਆਂ ਦੀ ਯਾਤਰਾ ਕਰਦੀਆਂ ਹਨ। ਇਸ ਕਿਸਮ ਦੀਆਂ ਲਹਿਰਾਂ ਅਸਲ ਵਿੱਚ ਇਸ ਅਰਥ ਵਿੱਚ ਨਵੀਨਾਨ ਨਹੀਂ ਹਨ ਕਿ ਉਹਨਾਂ ਨੂੰ ਪਹਿਲੀ ਵਾਰ 1834 ਵਿੱਚ ਇੰਗਲੈਂਡ ਵਿੱਚ ਜੌਨ ਸਕੋਟ ਰਸਲ ਦੁਆਰਾ ਦੇਖਿਆ ਗਿਆ ਸੀ। ਇਸ ਲਈ ਉਹ ਇੱਕ ਸ਼ਿਪਿੰਗ ਕੰਪਨੀ ਦੁਆਰਾ ਨਿਯੁਕਤ ਹੋਇਆ ਸੀ ਅਤੇ ਉਹ ਇੱਕ ਦਿਨ ਵੇਖ ਰਿਹਾ ਸੀ ਕਿ ਉਹ ਇੱਕ ਯੂਨੀਅਨ ਕੈਨਾਲ ਦੇ ਕਿਨਾਰੇ ਆਪਣੇ ਘੋੜੇ ਤੇ ਜਾ ਰਿਹਾ ਸੀ ਤਾਂ ਉਸਨੇ ਕੀ ਦੇਖਿਆ ਕਿ ਉੱਥੇ ਦੋ ਕਿਸ਼ਤੀਆਂ ਸਨ ਜੋ ਟਰੂਪ ਵਿੱਚ ਚੱਲ ਰਹੀਆਂ ਸਨ ਅਤੇ ਉਹ ਅਚਾਨਕ ਰੁਕ ਗਈਆਂ ਅਤੇ ਜਦੋਂ ਉਹ ਰੁਕ ਗਈਆਂ ਇੱਕ ਛੋਟੀ ਜਿਹੀ ਲਹਿਰ ਉੱਥੋਂ ਉਤਪੰਨ ਹੋਈ ਅਤੇ ਉਸਨੇ ਜੋ ਦੇਖਿਆ ਉਹ ਇਹ ਸੀ ਕਿ ਲਹਿਰਾਂ ਉਤਪੰਨ ਹੋਈਆਂ ਉਹ ਲੁਪਤ ਨਹੀਂ ਹੋਈਆਂ। ਆਮ ਤੌਰ ਤੇ ਤੁਹਾਡਾ ਅਨੁਭਵ ਹੇਠਾਂ ਦਿੱਤਾ ਗਿਆ ਹੈ ਕਿ ਤੁਸੀਂ ਇੱਕ ਸ਼ਾਂਤ ਝੀਲ ਵਿੱਚ ਪੱਥਰ ਸੁੱਟਦੇ ਹੋ, ਇਸ ਨਾਲ ਚਾਰੇ ਪਾਸੇ ਵੇਵਜ਼ ਸ਼ੁਰੂ ਹੋ ਜਾਂਦੀਆਂ ਹਨ ਅਤੇ 1 ਮਿੰਟ ਤੋਂ ਵੀ ਘੱਟ ਸਮੇਂ ਬਾਅਦ ਤੁਸੀਂ ਦੇਖੋਗੇ ਕਿ ਇਹ ਲਹਿਰਾਂ ਦੁਬਾਰਾ ਖਤਮ ਹੋ ਗਈਆਂ ਹਨ। ਜਾਂ ਆਮ ਤੌਰ ਤੇ ਤੁਸੀਂ ਮੰਨ ਲਓ ਕਿ ਤੁਸੀਂ ਗਿਟਾਰ ਵਰਗੇ ਸੰਗੀਤ ਯੰਤਰ ਨੂੰ ਵਜਾਉਂਦੇ ਹੋ। ਉਦਾਹਰਨ ਲਈ ਜੋ ਸਾਊਂਡ ਤੁਸੀਂ ਇਸ ਨਾਲ ਪੈਦਾ ਕਰਦੇ ਹੋ ਉਹ ਥੋੜੇ ਸਮੇਂ ਲਈ ਰਹਿੰਦੀ ਹੈ ਅਤੇ ਜਲਦੀ ਹੀ ਇਹ ਮੱਧਮ ਹੋ ਜਾਂਦੀ ਹੈ। ਵੈਸੇ ਵੀ ਜੋ ਤੁਸੀਂ ਇਸ ਤਰ੍ਹਾਂ ਪੈਦਾ ਕਰਦੇ ਹੋ ਉਹ ਆਮ ਤੌਰ ਤੇ ਬਹੁਤ ਤੇਜ਼ੀ ਨਾਲ ਮੱਧਮ ਹੋ ਜਾਂਦਾ ਹੈ। ਪਰ ਜੋ ਉਸਨੇ ਦੇਖਿਆ ਉਹ ਇਹ ਸੀ ਕਿ ਕਿਸ਼ਤੀ ਦੁਆਰਾ ਉਸ ਨਹਿਰ ਵਿੱਚ ਪੈਦਾ ਹੋਈ ਵੇਵ ਅਸਲ ਵਿੱਚ ਇੱਕ ਦਿਸ਼ਾ ਵੱਲ ਵਧਣੀ ਸ਼ੁਰੂ ਕਰ ਦਿੱਤੀ ਅਤੇ ਬਹੁਤ ਦੇਰ ਤੱਕ ਨਹੀਂ ਖਤਮ ਹੋਈ। ਉਹ ਆਪਣੇ ਘੋੜੇ ਤੇ ਸੀ ਅਤੇ ਲਗਭਗ 2 ਮੀਲ ਤੱਕ ਰਾਹ ਨੂੰ ਦੇਖਿਆ ਅਤੇ ਵੇਵ ਆਕਾਰ ਅਤੇ ਸਮੇਂ ਵਿੱਚ ਖਤਮ ਨਹੀਂ ਹੋਈ ਸੀ। ਇਸ ਲਈ ਓਵਰਟਾਈਮ ਵਿੱਚ ਬੇਸ਼ੱਕ ਉਹ ਲਹਿਰ ਦਾ ਪਿੱਛਾ ਨਾ ਕਰ ਸਕਿਆ ਅਤੇ ਨਹਿਰ ਟ੍ਰਿਬਿਊਟਰੀ ਵਿੱਚ ਗੁਆਚ ਗਿਆ, ਪਰ ਫਿਰ ਵੀ ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਲਹਿਰ ਇੰਨੀ ਲੰਬੀ ਦੂਰੀ ਤੇ ਆਪਣੇ ਆਪ ਨੂੰ ਕਾਇਮ ਰੱਖ ਸਕਦੀ ਹੈ। ਅਤੇ ਫਿਰ ਸਕੋਟ ਰਸਲ ਵਾਪਸ ਗਿਆ ਅਤੇ ਕੁਝ ਪ੍ਰਯੋਗਸ਼ਾਲਾ ਪ੍ਰਯੋਗ ਕੀਤੇ ਅਤੇ ਉਹਨਾਂ ਸਾਰੇ ਪ੍ਰਯੋਗਾਂ ਦੇ ਆਧਾਰ ਤੇ ਜੋ ਉਸਨੇ ਇਕੱਠੇ ਰੱਖੇ ਅਤੇ ਇਸ ਨਤੀਜੇ ਨੂੰ ਲਿਖਿਆ ਕਿ c ਸਕੁਏਅਰ ਵੈਲੋਸਿਟੀ ਆਫ ਵੇਵ ਇਕੁਅਲ ਟੂ g ਇਨਟੂ h ਪਲੱਸ a ਹੈ। ਇਸ ਲਈ ਇੱਥੇ g ਗ੍ਰੈਵਿਟੀ ਦੇ ਕਾਰਨ ਐਕਸੇਲਰੇਸ਼ਨ ਹੈ, h ਪਾਣੀ ਦੀ ਡੂੰਘਾਈ ਹੈ ਅਤੇ a ਵੇਵ ਦਾ ਐਂਪਲੀਟਿਊਡ ਹੈ। ਇੰਨਾ ਵੱਡਾ ਐਂਪਲੀਟਿਊਡ ਜਿੰਨੀ ਤੇਜ਼ੀ ਨਾਲ ਹੋਣ ਜਾ ਰਿਹਾ ਹੈ ਇਹ ਕੁਝ ਅਸਾਧਾਰਨ ਹੈ। ਇਸ ਫਾਰਮੂਲੇ ਬਾਰੇ ਕੋਈ ਥਿਓਰੈਟੀਕਲ ਬੇਸਿਸ ਨਹੀਂ ਸੀ। ਇਸ ਲਈ ਪਹਿਲੀ ਵਾਰ ਜਦੋਂ ਕਿਸੇ ਕਿਸਮ ਦਾ ਥਿਓਰੈਟੀਕਲ ਬੇਸਿਸ ਪ੍ਰਸਤਾਵਿਤ ਕੀਤਾ ਗਿਆ ਸੀ, ਬਹੁਤ ਬਾਅਦ ਵਿੱਚ ਬੋਸੀਨੇਸਕ ਅਤੇ ਲਾਰਡ ਰੇਲੇ ਦੁਆਰਾ ਉਹਨਾਂ ਨੇ ਇਸ ਰੂਪ ਦੀ ਇੱਕ ਵੇਵ ਪ੍ਰੋਫਾਈਲ ਪ੍ਰਾਪਤ ਕੀਤੀ ਸੀ। ਤਾਂ ਇਸ ਪੁਆਇੰਟ ਤੇ ਲੈਸਨ ਇਹ ਹੈ ਕਿ ਤੁਹਾਡੇ ਕੋਲ ਇਹ ਨੌਨ ਲੀਨੀਅਰ ਵੇਵ ਇਕੁਏਸ਼ਨ ਹੋ ਸਕਦੀ ਹੈ ਜਿਸ ਦਾ ਸੋਲਿਊਸ਼ਨ ਸੈਸ਼ ਹਾਈਪਰਬੋਲਿਕ ਸਕੁਏਅਰ ਵਰਗਾ ਹੈ। ਵੇਵ ਫੋਰਮ ਹੋਣਗੇ ਜੋ ਅਸਲ ਵਿੱਚ ਸਪੇਸ ਵਿੱਚ ਲੋਕਲਾਈਜ਼ਡ ਹੁੰਦੇ ਹਨ ਅਤੇ ਬਿਨਾਂ ਕਿਸੇ ਡਿਸਟੋਰਸ਼ਨ ਦੇ ਯਾਤਰਾ ਕਰ ਸਕਦੇ ਹਨ। ਇੱਕ ਹੋਰ ਮਹੱਤਵਪੂਰਨ ਥਿਓਰੈਟੀਕਲ ਡਿਵੈਲਪਮੈਂਟ ਕੋਟੇਵੇਗ ਡੀ ਵਰੀਸ ਦੇ ਕਾਰਨ ਸੀ। ਇਸ ਨੂੰ KdV ਇਕੁਏਸ਼ਨ ਕਿਹਾ ਜਾਂਦਾ ਹੈ। ਤਾਂ ਇੱਥੇ ਨੌਨ ਲੀਨੀਅਰ ਇਕੁਏਸ਼ਨ ਹੈ। ਇਹ ਡੋ u ਬਾਈ ਡੋ t ਪਲੱਸ 6u ਇਨਟੂ ਡੋ u ਬਾਈ ਡੋ x ਪਲੱਸ ਡੋ ਕਿਊਬ u ਬਾਈ ਡੋ x ਕਿਊਬ ਇਕੁਅਲ ਟੂ 0 ਹੁੰਦਾ ਹੈ। ਤਾਂ ਤੁਸੀਂ ਦੇਖੋਗੇ ਕਿ ਨੌਨ ਲੀਨੀਅਰਿਟੀ ਮੁੱਖ ਤੌਰ ਤੇ ਇਸ ਸ਼ਬਦ ਤੋਂ ਆਉਂਦੀ ਹੈ, ਇੱਥੇ ਪ੍ਰੋਡਕਟ ਆਫ u ਅਤੇ ਡੋ u ਬਾਈ ਡੋ x ਨਹੀਂ। ਤਾਂ ਜੇਕਰ ਇਹ ਟਰਮਜ਼ ਮੌਜੂਦ ਨਹੀਂ ਹਨ ਤਾਂ ਇਹ ਬਹੁਤ ਜ਼ਿਆਦਾ ਲੀਨੀਅਰ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਹੈ। ਇਸ ਲਈ ਇਸ ਨੌਨ ਲੀਨੀਅਰ ਇਕੁਏਸ਼ਨ ਦਾ ਇੱਕ ਸੰਭਾਵੀ ਸੋਲਿਊਸ਼ਨ
ਦੁਬਾਰਾ ਇੱਕ ਸੈਸ਼ ਹਾਈਪਰਬੋਲਿਕ ਸਕੁਏਅਰ ਫੰਕਸ਼ਨ ਹੈ। ਇਸ ਲਈ ਇਸ ਨੂੰ ਇੱਥੇ ਸਲਾਈਡ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ। ਇਸ ਲਈ ਦੁਬਾਰਾ ਧਿਆਨ ਦੇਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਵੈਲੋਸਿਟੀ c ਐਂਪਲੀਟਿਊਡ ਦੇ ਪ੍ਰੋਪੋਰਸ਼ਨਲ ਹੈ। ਇਹ ਸੋਲਿਟੇਰੀ ਵੇਵ ਸੋਲਿਊਸ਼ਨ ਹੈ। ਇਸ ਲਈ ਇਹ ਕਿਸੇ ਖਾਸ ਸਮੇਂ ਤੇ x ਦੇ ਫੰਕਸ਼ਨ ਦੇ ਤੌਰ ਤੇ ਤੁਹਾਡਾ ਸਿਕੈਂਟ ਹਾਈਪਰਬੋਲਿਕ ਸਕੁਏਅਰ ਸੋਲਿਊਸ਼ਨ ਹੈ। ਤਾਂ ਤੁਸੀਂ ਸਭ ਤੋਂ ਪਹਿਲਾਂ ਵਿਸ਼ੇਸ਼ਤਾਵਾਂ ਵੇਖੋਗੇ ਕਿ ਇਹ ਬਹੁਤ ਚੰਗੀ ਤਰ੍ਹਾਂ ਲੋਕਲਾਈਜ਼ਡ ਸੋਲਿਊਸ਼ਨ ਹੈ। ਪ੍ਰੋਗਰੈਸਿਵ ਵੇਵਜ਼ ਦੇ ਉਲਟ ਜੋ 50 ਅਤੇ 60 ਦੇ ਦਹਾਕੇ ਵਿੱਚ -ਇਨਫਿਨਿਟੀ ਤੋਂ +ਇਨਫਿਨਿਟੀ ਤੱਕ ਫੈਲਦੀ ਹੈ। ਜ਼ਾਬਸਕੀ ਅਤੇ ਮਾਰਟਿਨ ਕਰਸਕਲ ਉਹਨਾਂ ਨੇ ਇਹਨਾਂ ਵਿੱਚੋਂ ਕੁਝ ਇਕੁਏਸ਼ਨ ਨੂੰ ਸੰਖਿਆਤਮਕ ਤੌਰ ਤੇ ਹੱਲ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਜੋ ਉਹਨਾਂ ਦੇ ਪ੍ਰਭਾਵਾਂ ਅਤੇ ਸੋਲਿਟਰੀ ਵੇਵਜ਼ ਦੇ ਪ੍ਰਭਾਵ ਨੂੰ ਸਮਝਿਆ ਜਾ ਸਕੇ ਜੋ ਇਸ ਇਕੁਏਸ਼ਨ u of x, t ਦੇ ਸੋਲਿਊਸ਼ਨ ਹਨ। ਸੋਲਿਟਰੀ ਵੇਵਜ਼ ਦੇ ਕੇਸ ਵਿੱਚ ਇਹਨਾਂ ਵੇਵਜ਼ ਦੀ ਵੈਲੋਸਿਟੀ ਦੁਬਾਰਾ ਐਂਪਲੀਟਿਊਡ ਦੇ ਪ੍ਰੋਪੋਰਸ਼ਨਲ ਹੈ, ਜਿਸ ਦਾ ਨਤੀਜਾ ਜੌਨ ਸਕੋਟ ਰਸਲ ਦੇ ਕੰਮ ਤੋਂ ਜਾਣਿਆ ਜਾਂਦਾ ਹੈ। ਅਤੇ ਨੌਨ ਲੀਨੀਅਰ ਵੇਵਜ਼ ਉਹ ਜ਼ੋਰਦਾਰ ਢੰਗ ਨਾਲ ਇੰਟਰੈਕਟ ਕਰਦੀਆਂ ਹਨ ਅਤੇ ਪ੍ਰਭਾਵਿਤ ਹੋਏ ਬਿਨਾਂ ਅੱਗੇ ਵਧਦੀਆਂ ਹਨ, ਜਿਸ ਦਾ ਮਤਲਬ ਹੈ ਕਿ ਜੇਕਰ ਮੇਰੇ ਕੋਲ ਇੱਕ ਨੌਨ ਲੀਨੀਅਰ ਵੇਵਜ਼ ਹਨ ਜੋ ਇਸ ਦਿਸ਼ਾ ਵਿੱਚ ਆ ਰਹੀਆਂ ਹਨ ਅਤੇ ਇੱਕ ਹੋਰ ਨੌਨ ਲੀਨੀਅਰ ਵੇਵਜ਼ ਹਨ ਜੋ ਇਸ ਡਾਇਰੈਕਸ਼ਨ ਵਿੱਚ ਆ ਰਹੀਆਂ ਹਨ, ਉਹ ਇੰਟਰੈਕਟ ਕਰਨਗੀਆਂ ਅਤੇ ਉਹ ਨੇੜੇ ਆਉਂਦੇ ਹਨ। ਜਦੋਂ ਉਹ ਇੰਟਰੈਕਟ ਕਰਦੇ ਹਨ, ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਹਨ ਅਤੇ ਇੰਟਰੈਕਸ਼ਨ ਤੋਂ ਬਾਅਦ ਇਹ ਵੇਵ ਇਸ ਤਰ੍ਹਾਂ ਅੱਗੇ ਵਧੇਗੀ ਜਿਵੇਂ ਕਿ ਕੁਝ ਹੋਇਆ ਹੀ ਨਹੀਂ ਅਤੇ ਇਹ ਵੇਵ ਇਸ ਤਰ੍ਹਾਂ ਅੱਗੇ ਵਧੇਗੀ ਜਿਵੇਂ ਕਿ ਕੁਝ ਵੀ ਨਹੀਂ ਹੋਇਆ ਹੈ। ਇਹ ਫਿਰ ਤੋਂ ਬਹੁਤ ਹੀ ਅਸਾਧਾਰਨ ਚੀਜ਼ ਹੈ ਕਿ ਇਹ ਨੌਨ ਲੀਨੀਅਰ ਵੇਵਜ਼ ਆਪਣੇ ਆਕਾਰ ਨੂੰ ਸੁਰੱਖਿਅਤ ਰੱਖਣ ਦੇ ਯੋਗ ਹਨ। ਇੰਟਰੈਕਸ਼ਨ ਦੇ ਫੇਜ਼ ਵਿੱਚ ਵੀ ਦੋ ਵੇਵਜ਼ ਆਪਸ ਵਿੱਚ ਟਕਰਾਉਂਦੀਆਂ ਹਨ ਅਤੇ ਫਿਰ ਇੱਕ ਦੂਜੇ ਤੋਂ ਲੰਘਦੀਆਂ ਹਨ ਜਿਵੇਂ ਕਿ ਕੁਝ ਵੀ ਨਹੀਂ ਹੋਇਆ ਹੈ। ਜੇਕਰ ਤੁਸੀਂ ਕੋਲੀਜ਼ਨ ਤੋਂ ਬਾਅਦ ਦੇਖਦੇ ਹੋ ਤਾਂ ਦੋਵੇਂ ਵੇਵਜ਼ ਆਪਣੇ ਰੂਪਾਂ ਨੂੰ ਮੁੜ ਪ੍ਰਾਪਤ ਕਰ ਲੈਣਗੀਆਂ। ਇਹ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਇਹਨਾਂ ਸਾਰੇ ਮਾਮਲਿਆਂ ਵਿੱਚ ਨੌਨ ਲੀਨੀਅਰਿਟੀ ਇੰਨੀ ਜ਼ਰੂਰੀ ਕਿਵੇਂ ਵਿਹਾਰ ਕਰਦੀ ਹੈ ਕਿ ਨੌਨ ਲੀਨੀਅਰਿਟੀ ਪ੍ਰਭਾਵੀ ਤੌਰ ਤੇ ਡਿਸਪਰਸ਼ਨ ਨੂੰ ਰੱਦ ਕਰਦੀ ਹੈ, ਜਿਸ ਕਾਰਨ ਉਹ ਆਪਣੇ ਆਕਾਰਾਂ ਨੂੰ ਬਣਾਈ ਰੱਖਣ ਦੇ ਯੋਗ ਹੁੰਦੀਆਂ ਹਨ। ਅਸਲ ਵਿੱਚ ਇਹ ਉਹੀ ਹੈ ਜੋ ਮਜ਼ਬੂਤ ਪਰਸਿਸਟੈਂਸ ਵੱਲ ਲਿਜਾਂਦਾ ਹੈ, ਭਾਵ ਉਹ ਆਪਣੀ ਸ਼ਕਲ ਨੂੰ ਸੁਰੱਖਿਅਤ ਰੱਖ ਸਕਦੇ ਹਨ ਅਤੇ ਬਹੁਤ ਲੰਬੇ ਸਮੇਂ ਲਈ ਨਾਲ-ਨਾਲ ਚੱਲ ਸਕਦੇ ਹਨ। ਇਸੇ ਕਰਕੇ ਜ਼ਾਬਸਕੀ ਅਤੇ ਕਰਸਕਲ ਨੇ ਉਹਨਾਂ ਨੂੰ ਸੋਲਿਟਨ ਨਾਮ ਦਿੱਤਾ ਹੈ ਕਿਉਂਕਿ ਜੇਕਰ ਉਹ ਅਜਿਹੀ ਮਜ਼ਬੂਤੀ ਨਾਲ ਲੋਕਲਾਈਜ਼ਡ ਵੇਵ ਪੈਕੇਟ ਬਿਨਾਂ ਦੇ ਬਿਨਾਂ ਘੁੰਮਦੇ ਸਨ, ਤੁਸੀਂ ਉਹਨਾਂ ਨੂੰ ਲਗਭਗ ਕਿਸੇ ਪਾਰਟੀਕਲ ਨੇਚਰ ਬਾਰੇ ਪੁੱਛ ਸਕਦੇ ਹੋ। ਤਾਂ ਇੱਥੇ ਇੱਕ ਸਿਮੂਲੇਸ਼ਨ ਹੈ ਜੋ ਤੁਸੀਂ ਦੇਖ ਸਕਦੇ ਹੋ ਕਿ ਅਸਲ ਵਿੱਚ ਇੱਥੇ ਦੋ ਵੇਵਜ਼ ਹਨ ਜੋ ਇੱਕੋ ਦਿਸ਼ਾ ਵਿੱਚ ਜਾ ਰਹੀਆਂ ਹਨ। ਇਸ ਲਈ ਇੱਕ ਵੇਵ ਵਿੱਚ ਇੱਕ ਛੋਟਾ ਐਂਪਲੀਟਿਊਡ ਹੈ ਅਤੇ ਦੂਜੀ ਵੇਵ ਵਿੱਚ ਇੱਕ ਬਹੁਤ ਵੱਡਾ ਐਂਪਲੀਟਿਊਡ ਹੈ। ਵੱਡੇ ਐਂਪਲੀਟਿਊਡ ਦੇ ਨਾਲ ਵਾਲੀ ਦਾ ਐਂਪਲੀਟਿਊਡ ਲਗਭਗ 1800 ਹੈ। ਮੰਨ ਲਓ ਕਿ ਕੁਝ ਆਰਬਿਟਰੇਰੀ ਯੂਨਿਟ ਅਤੇ ਇੱਕ ਛੋਟਾ ਐਂਪਲੀਟਿਊਡ ਲਗਭਗ 750 ਹੈ ਜਾਂ ਹੁਣ ਇਸ ਦੇ ਅੱਧੇ ਤੋਂ ਵੀ ਘੱਟ ਹੈ। ਜਿਵੇਂ ਕਿ ਅਸੀਂ ਕੁਝ ਸਮਾਂ ਪਹਿਲਾਂ ਚਰਚਾ ਕੀਤੀ ਸੀ ਕਿ ਇਹਨਾਂ ਵਿੱਚੋਂ ਕਿਹੜਾ ਵੱਡਾ ਐਂਪਲੀਟਿਊਡ ਵਾਲੀ ਤੇਜ਼ ਹੋਵੇਗੀ, ਕਿਉਂਕਿ ਅਸੀਂ ਦੇਖਿਆ ਹੈ ਕਿ ਇਸ ਕਿਸਮ ਦੀਆਂ ਨੌਨ ਲੀਨੀਅਰ ਸੋਲਿਟੇਰੀ ਵੇਵਜ਼ ਜਾਂ ਸੋਲਿਟਨ ਵੇਵ ਦਾ ਵੇਗ ਐਂਪਲੀਟਿਊਡ ਦੇ ਪ੍ਰੋਪੋਰਸ਼ਨਲ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਭਾਵੇਂ ਸ਼ੁਰੂਆਤੀ ਸਮੇਂ ਤੇ ਤੁਸੀਂ ਸ਼ੁਰੂਆਤੀ ਸਮੇਂ ਤੋਂ ਖੱਬੇ ਪਾਸੇ ਤੋਂ ਇਸ ਦਾ ਅਨੁਸਰਣ ਕਰਨਾ ਸ਼ੁਰੂ ਕਰਦੇ ਹੋ, ਤੁਸੀਂ ਵੇਖੋਗੇ ਕਿ ਜੋ ਅੱਗੇ ਜਾ ਰਹੀ ਹੈ ਉਹ ਇੱਕ ਛੋਟੀ ਵੇਵ ਹੈ, ਪਰ ਕਿਸੇ ਪੁਆਇੰਟ ਤੇ ਵੱਡੀ ਆਉਂਦੀ ਹੈ ਅਤੇ ਇੱਕ ਛੋਟੀ ਵੇਵ ਨਾਲ ਮਿਲ ਜਾਂਦੀ ਹੈ ਅਤੇ ਕਿਸੇ ਸਮੇਂ ਉਹ ਅਸਲ ਵਿੱਚ ਇਕੱਠੇ ਮਿਲ ਜਾਂਦੀਆਂ ਹਨ, ਇੰਟਰੈਕਸ਼ਨ ਕਰਦੀਆਂ ਹਨ ਅਤੇ ਇੰਟਰੈਕਸ਼ਨ ਤੋਂ ਬਾਅਦ ਅਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਵੇਵ ਬਹੁਤ ਤੇਜ਼ੀ ਨਾਲ ਜਾਂਦੀ ਹੈ। ਅਸਲ ਵਿੱਚ ਇਸ ਨੇ ਇੰਟਰੈਕਸ਼ਨ ਦੇ ਬਾਅਦ ਵੀ ਆਪਣੀ ਸ਼ੇਪ ਨੂੰ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਬਰਕਰਾਰ ਰੱਖਿਆ ਹੈ ਜੋ ਅਸੀਂ ਸਿੱਖਿਆ ਹੈ ਕਿ ਨੌਨ ਲੀਨੀਅਰ ਵੇਵ ਫਿਨੋਮੀਨਾ ਤੇ ਪ੍ਰਭਾਵਸ਼ਾਲੀ ਹਨ।